ਵਾਹਿਗੁਰੂ ਸਾਹਿਬ ਜੀਓ। ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਜਿਤ ਦਿਨ ਦੇਹ ਬਿਨਸਸੀ, ਤਿਤ ਵੇਲੇ ਕਹਿਸਨ ਪ੍ਰੇਤ। ਪਕੜ ਚਲਾਇਣ ਦੂਤ ਜਮ, ਕਿਸੇ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ, ਸਿਆਹੋਂ ਹੋਆ ਸੇਤ। ਜੇਹਾ ਬੀਜੈ ਸੋ ਲੁਣੈ, ਕਰਮ ਸੰਦੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰਖਣ ਵਾਲਾ ਹੇਤ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੜੇ ਅਦਬ ਸਹਿਤ ਜੁੜ ਬੈਠੇ ਗੁਰੂ ਸਵਾਰਿਓ, ਆਪ ਸਾਰੇ ਵਡਭਾਗੇ ਹੋ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਹਜ਼ੂਰੀ ਰਾਗੀ ਜਥਿਆਂ ਦੇ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਨ ਕੀਤਾ ਹੈ। ਆਓ ਸਾਧ ਸੰਗਤ, ਜਿਸ ਤਰ੍ਹਾਂ ਆਪ ਜੀ ਨੂੰ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਅੱਜ ਭਾਦਰੋਂ ਦਾ ਮਹੀਨਾ ਆਰੰਭ ਹੋਇਆ ਹੈ, ਸੋ ਸਤਿਗੁਰੂ ਪਾਤਸ਼ਾਹ ਜੀ ਦੇ ਵੱਲੋਂ 12 ਮਹਾਂ ਪਾਵਨ ਬਾਣੀ ਦੇ ਅੰਦਰ ਭਾਦਰੋਂ ਦੇ ਮਹੀਨੇ ਦੇ ਪ੍ਰਥਾਏ ਜੋ ਉਪਦੇਸ਼ ਬਖਸ਼ਿਸ਼ ਹੋਇਆ ਹੈ, ਇਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਪਾਵਨ ਸ਼ਬਦ ਦੇ ਵਿਚਾਰ ਆਰੰਭ ਕਰੀਏ।
ਵਿਚਾਰਾਂ ਆਰੰਭਣ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਹਜੂਰ ਦੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਰਸਨਾ ਪਵਿੱਤਰ ਕਰਨ ਲਈ ਸਾਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, 1 ਸਾਲ ਦਾ ਸਮਾਂ ਜਿਸ ਦੇ ਅੰਦਰ 365 ਦਿਨ ਨਿਸ਼ਚਿਤ ਕੀਤੇ ਗਏ ਨੇ ਅਤੇ 12 ਮਹੀਨੇ 1 ਸਾਲ ਦੇ ਵਿੱਚ ਆਉਂਦੇ ਨੇ। ਇਹ ਸਾਰੀ ਜਿਹੜੀ ਵੰਡ ਹੈ ਸਮੇਂ ਦੀ ਜਾਣਕਾਰੀ ਰੱਖਣ ਦੇ ਲਈ ਕੀਤੀ ਜਾਂਦੀ ਹੈ ਅਤੇ ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਜਿਵੇਂ ਜਿਵੇਂ ਸਮੇਂ ਦੀ ਵੰਡ ਕਰਕੇ ਉਹਦੀ ਜਾਣਕਾਰੀ ਰੱਖਣ ਦੇ ਲਈ ਭਾਵੇਂ ਯੁੱਗਾਂ ਦੀ ਗੱਲ ਕੀਤੀ, ਭਾਵੇਂ ਸਾਲਾਂ ਦੀ ਗੱਲ ਹੋਈ ਹੈ, ਰੁੱਤਾਂ ਦੀ ਗੱਲ ਹੋਈ ਹੈ, ਮਹੀਨਿਆਂ ਦੀ ਗੱਲ, ਦਿਨਾਂ ਵਾਰਾਂ ਦੀ ਗੱਲ, ਪਹਿਰਾਂ ਦੀ ਗੱਲ, ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਇਸ ਸਮੇਂ ਦੀ ਵੰਡ ਨੂੰ ਲੈ ਕੇ ਜੋ ਜੋ ਦਿਨ ਮਹੀਨੇ ਬਣਾਏ ਗਏ ਉਹਨਾਂ ਦੇ ਰਾਹੀਂ ਵੀ ਸਾਨੂੰ ਗੁਰਮਤਿ ਉਪਦੇਸ਼ ਦ੍ਰਿੜ ਕਰਵਾਇਆ ਹੈ ਤਾਂ ਕਿ ਕਿਵੇਂ ਨਾ ਕਿਵੇਂ ਅਸੀਂ ਦੁਰਮਤ ਨੂੰ ਛੱਡ ਕੇ ਗੁਰਮਤਿ ਦੇ ਧਾਰਨੀ ਬਣੀਏ, ਅਸੀਂ ਭਰਮ ਨੂੰ ਛੱਡ ਕੇ ਸੱਚਮੁੱਚ ਧਰਮ ਵਾਲੇ ਪਾਸੇ ਜੁੜ ਸਕੀਏ। ਇਸ ਕਰਕੇ ਜੇ ਇਹ ਮੰਨਿਆ ਗਿਆ ਕਿ ਸਮਾਂ ਕਲਯੁਗ ਦਾ ਹੈ ਤੇ ਸਤਿਗੁਰੂ ਨੇ ਹੋਕਾ ਮਾਰਿਆ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਨਾਹੀ ਰੇ। ਸੱਚੇ ਪਾਤਸ਼ਾਹ ਜੀ ਨੇ ਜਦੋਂ ਸਮੇਂ ਦੀ ਵੰਡ ਮਹੀਨਿਆਂ ਵਿੱਚ ਕੀਤੀ ਗਈ ਤੇ 2-12 ਮਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ। ਪਹਿਲਾ 12 ਮਾਹ ਤੁਖਾਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੈ। ਉਸ ਤੋਂ ਬਾਅਦ 12 ਮਾਹ ਪੰਚਮ ਪਾਤਸ਼ਾਹ ਨੇ ਉਚਾਰਿਆ, ਜਿਹਦੀ ਵਿਚਾਰ ਆਪਾਂ ਹੁਣ ਕਰਨ ਜਾ ਰਹੇ ਹਾਂ। ਤੋਂ 12 ਮਹੀਨਿਆਂ ਦੇ ਨਾਵਾਂ ਨੂੰ ਲੈ ਕੇ ਵੀ ਸੱਚੇ ਪਾਤਸ਼ਾਹ ਨੇ ਗੁਰਮਤਿ ਉਪਦੇਸ਼ ਦ੍ਰਿੜ ਕਰਵਾਇਆ। ਇਸੇ ਤਰ੍ਹਾਂ 7 ਵਾਰਾਂ ਦੀ ਗੱਲ ਆਉਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 7 ਵਾਰਾਂ ਦੇ ਤਹਿਤ ਵੀ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤੇ ਨੇ। ਜੇ ਐਤਵਾਰ ਦੀ ਗੱਲ ਹੋਈ ਤੇ ਮਹਾਰਾਜ ਕਹਿੰਦੇ ਆਦਤ ਕਰੇ ਭਗਤ ਆਰੰਭ, ਕਹਿੰਦੇ ਐਤਵਾਰ ਭਗਤੀ ਆਰੰਭ ਕਰ। ਸੋਮਵਾਰ ਸਸ ਅੰਮ੍ਰਿਤ ਝਰੈ, ਕਹਿੰਦੇ ਭਗਤੀ ਆਰੰਭ ਕਰੇਗਾ ਤੇ ਭਗਤੀ ਦਾ ਰਸ ਆਉਣਾ ਸ਼ੁਰੂ ਹੋ ਜਾਵੇਗਾ। ਮੰਗਲਵਾਰੇ ਲੈ ਮਹੀਤ ਪੰਚ ਚੋਰ ਕੀ ਜਾਣੇ ਰੀਤ, ਕਹਿੰਦੇ ਅੱਗੇ ਮੰਗਲਵਾਰ ਆਰੰਭ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਫਿਰ ਤੂੰ ਜਦੋਂ ਭਗਤੀ ਕਰੇਗਾ, ਰੱਬ ਦੀ ਯਾਦ ਵਿੱਚ ਜੁੜੇਗਾ, ਤੇਰੇ ਅੰਦਰ ਸ਼ੁਭ ਗੁਣ ਪੈਦਾ ਹੋਣਗੇ। ਉਹਨਾਂ ਸ਼ੁਭ ਗੁਣਾਂ ਨੂੰ ਚੋਰੀ ਕਰਨ ਵਾਲੇ ਚੋਰ ਕਿਹੜੇ ਨੇ, ਇਹਨਾਂ ਦਾ ਵੀ ਧਿਆਨ ਰੱਖਣਾ ਪਏਗਾ। ਕਹਿੰਦੇ 5 ਚੋਰ ਸ਼ੁਭ ਗੁਣ ਚੋਰੀ ਕਰਦੇ ਨੇ, ਉਹਨਾਂ ਦਾ ਵੀ ਧਿਆਨ ਰੱਖ। ਇਸੇ ਤਰ੍ਹਾਂ ਬੁੱਧਵਾਰ ਦੀ ਗੱਲ ਆਈ ਤੇ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਅੰਦਰੋਂ ਵਿਖਿਆ ਕੱਢ। ਵੀਰਵਾਰ ਦੇ ਬਾਰੇ ਸਾਹਿਬ ਕਹਿੰਦੇ ਜਿਹੜੇ ਭਰਮ ਨੇ ਆਪਣੇ ਅੰਦਰੋਂ ਦੂਰ ਕਰ। ਇਉਂ ਸੱਚੇ ਪਾਤਸ਼ਾਹ ਨੇ ਵਾਰਾਂ ਦੇ ਰਾਹੀਂ ਵੀ ਉਪਦੇਸ਼ ਦਿੱਤਾ ਹੈ। ਤੇ ਜੇਕਰ ਪਹਿਰਾਂ ਦੀ ਗੱਲ ਕਰੀਏ ਤੇ ਸਤਿਗੁਰੂ ਨੇ ਜਿਵੇਂ ਦਿਨ ਦੇ 4 ਪਹਿਰ ਹਨ, ਰਾਤ ਦੇ ਵੀ 4 ਪਹਿਰ ਨੇ, 8 ਪਹਿਰਾਂ ਦਾ ਇਹ ਸਾਰਾ ਸਮਾਂ ਹੈ। ਤੇ ਸਤਿਗੁਰੂ ਜੀ ਨੇ ਮਨੁੱਖੀ ਜ਼ਿੰਦਗੀ ਨੂੰ 4 ਪਹਿਰਾਂ ਦੇ ਵਿੱਚ ਵੰਡ ਦਿੱਤਾ। ਪਹਿਲਾ ਪਹਿਰ
ਜਦੋਂ ਮਾਤਾ ਦੇ ਉਦਰ ਦੇ ਵਿੱਚ ਸਾਡਾ ਆਉਣਾ ਹੋਇਆ, ਦੂਜੇ ਪਹਿਰ ਦੇ ਵਿੱਚ ਜਨਮ ਦੀ ਗੱਲ ਹੈ, ਤੀਜੇ ਪਹਿਰ ਦੇ ਵਿੱਚ ਜਵਾਨੀ ਦੀ ਗੱਲ ਹੈ, ਚੌਥੇ ਪਹਿਰ ਦੇ ਵਿੱਚ ਬੁਢਾਪੇ ਦੀ ਗੱਲ ਹੈ। ਤੇ ਮਹਾਰਾਜ ਕਹਿੰਦੇ ਜਿਵੇਂ 4 ਪਹਿਰ ਲੰਘ ਜਾਂਦੇ ਨੇ, ਇਸੇ ਤਰ੍ਹਾਂ ਤੇਰੀ ਜ਼ਿੰਦਗੀ ਦੀਆਂ 4 ਅਵਸਥਾਵਾਂ ਨੇ। ਕਿਤੇ ਇਹ ਸਾਰੀ ਜ਼ਿੰਦਗੀ ਇੱਕ ਰਾਤ ਦੀ ਨਿਆਈ ਐਵੇਂ ਹੀ ਨਾ ਬਤੀਤ ਹੋ ਜਾਏ। ਮਹਾਰਾਜ ਸੁਚੇਤ ਕਰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ। ਇਹ ਜ਼ਿੰਦਗੀ ਦਾ ਪਹਿਲਾ ਪਹਿਰ ਸੀ ਜਦੋਂ ਮਾਂ ਦੇ ਉਦਰ ਦੇ ਵਿੱਚ ਸਾਡਾ ਆਗਮਨ ਹੋਇਆ। ਤੇ ਸਾਹਿਬ ਕਹਿੰਦੇ ਨੇ ਇਸ ਤੋਂ ਬਾਅਦ ਜ਼ਿੰਦਗੀ ਦਾ ਦੂਜਾ ਪਹਿਰ ਸ਼ੁਰੂ ਹੋਇਆ ਸਾਡੇ ਜਨਮ ਦੇ ਨਾਲ। ਤਾਂ ਉਸ ਵੇਲੇ ਜਦੋਂ ਜਨਮ ਹੁੰਦਾ ਬੰਦੇ ਦਾ, ਹਰੇਕ ਜੀ ਆ ਕੇ ਉਸ ਬੱਚੇ ਨੂੰ ਚੁੱਕਦਾ ਹੈ, ਖਿਡਾਉਂਦਾ ਹੈ, ਹਰ ਕੋਈ ਉਹਨੂੰ ਲੋਰੀਆਂ ਦਿੰਦਾ ਹੈ। ਕਹਿੰਦੇ ਇਹ ਜ਼ਿੰਦਗੀ ਦਾ ਦੂਜਾ ਪਹਿਰ ਸੀ। ਤੀਜਾ ਪਹਿਰ ਜਵਾਨੀ ਤੇ ਚੌਥਾ ਪਹਿਰ ਬੁਢਾਪੇ ਦਾ। ਇਉਂ ਪਹਿਰਾਂ ਦੇ ਰਾਹੀਂ ਵੀ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਤੇ ਸਤਿਗੁਰੂ ਜੀ ਨੇ 12ਵਾਂ ਪਾਵਨ ਬਾਣੀ ਦੇ ਅੰਦਰ 12 ਮਹੀਨਿਆਂ ਦੇ ਰਾਹੀਂ ਉਪਦੇਸ਼ ਦਿੱਤੇ ਨੇ। ਜੇਕਰ ਤੁਸੀਂ ਸਮੁੱਚੀ 12 ਮਾਹ ਦੀ ਬਾਣੀ ਨੂੰ ਪੜ੍ਹੋਗੇ ਤਾਂ ਇੱਕ ਲੜੀ ਜਿਹੜੀ ਹੈ ਇਹਨਾਂ ਸਾਰੇ ਸ਼ਬਦਾਂ ਦੀ ਬਣ ਜਾਏਗੀ। ਜੇਕਰ 12ਵਾਂ ਬਾਣੀ ਦੇ ਆਰੰਭ ਦੀ ਗੱਲ ਕਰੀਏ ਨਾ, ਤੇ ਆਰੰਭ ਦੇ ਵਿੱਚ ਇੱਕ ਜਗਿਆਸੂ ਵੱਲੋਂ ਬੇਨਤੀ ਕੀਤੀ ਗਈ ਅਕਾਲ ਪੁਰਖ ਦੇ ਚਰਨਾਂ ਵਿੱਚ। ਉਹ ਬੇਨਤੀ ਕੀ ਕੀਤੀ ਗਈ? ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ, ਮੇਲੋ ਰਾਮ। हे ਪ੍ਰਭੂ, ਅਸੀਂ ਆਪਣੇ ਕੀਤੇ ਕਰਮਾਂ ਦੇ ਕਰਕੇ ਤੇਰੇ ਨਾਲੋਂ ਵਿਛੜ ਗਏ ਆ, ਤੇ ਤੂੰ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈ। ਇਹ ਬੇਨਤੀ ਕੀਤੀ ਗਈ। ਤੇ ਫਿਰ ਅੱਗੇ ਚੇਤ ਦਾ ਮਹੀਨਾ ਆਰੰਭ ਹੋ ਜਾਂਦਾ ਹੈ। ਤੇ ਸਤਿਗੁਰੂ ਨੇ ਉਪਦੇਸ਼ ਦਿੱਤਾ, ਸੱਚੀ ਜੇ ਤੂੰ ਪ੍ਰਭੂ ਦਾ ਮਿਲਾਪ ਚਾਹੁੰਦਾ ਹੈ, ਜੇ ਤੂੰ ਜ਼ਿੰਦਗੀ ਦੇ ਵਿੱਚ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਜੁਗਤ ਦੱਸੀ ਮਹਾਰਾਜ ਨੇ, ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ। ਕਹਿੰਦੇ ਅਕਾਲ ਪੁਰਖ ਪਰਮੇਸ਼ਰ ਨੂੰ ਚੇਤ, ਉਹਨੂੰ ਸਿਮਰ, ਜ਼ਿੰਦਗੀ ਵਿੱਚ ਆਨੰਦ ਹੋਏਗਾ ਬਹੁਤ ਜ਼ਿਆਦਾ ਘਣਾ। ਅੱਗੇ ਵਿਸਾਖ ਦਾ ਮਹੀਨਾ ਆਇਆ ਤੇ ਮਹਾਰਾਜ ਕਹਿੰਦੇ, ਵਿਸਾਖ ਧੀਰਨ ਕਿਉਂ ਵਾਂਡੀਆਂ, ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਉਹਨਾਂ ਜੀਵਾਂ ਨੂੰ ਧੀਰਜ ਕਿਵੇਂ ਆਵੇ ਜਿਹੜੇ ਪ੍ਰਭੂ ਪਤੀ ਤੋਂ ਵਿਛੜ ਗਏ ਨੇ। ਜਿਵੇਂ ਇੱਕ ਇਸਤਰੀ ਪਤੀ ਤੋਂ ਵਿਛੜ ਜਾਏ, ਪਤੀ ਉਹਦਾ ਪ੍ਰਦੇਸ ਚਲਿਆ ਜਾਏ, ਉਹਨੂੰ ਧੀਰਜ ਨਹੀਂ ਆਉਂਦਾ। ਉਹ ਵਾਰ-ਵਾਰ ਫਿਕਰ ਕਰਦੀ, ਚਿੰਤਾ ਕਰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜੇ ਤੂੰ ਵੀ ਪ੍ਰਭੂ ਪਤੀ ਦੇ ਚਰਨਾਂ ਤੋਂ ਵਿਛੜ ਗਿਆ ਤਾਂ ਤੇਰੀ ਜ਼ਿੰਦਗੀ ਵਿੱਚ ਸੁੱਖ ਨਹੀਂ, ਦੁੱਖ ਆਉਣਗੇ। ਅੱਗੇ ਵਿਸਾਖ ਤੋਂ ਬਾਅਦ ਜੇਠ ਦਾ ਮਹੀਨਾ ਆਰੰਭ ਹੋਇਆ ਤੇ ਮਹਾਰਾਜ ਫਿਰ ਕਹਿੰਦੇ ਨੇ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਕਹਿੰਦੇ ਭਾਈ ਆਪਣੇ ਪਤੀ ਪ੍ਰਭੂ ਨੂੰ ਚੇਤੇ ਕਰ, ਉਹਦੇ ਚਰਨਾਂ ਨਾਲ ਜੁੜ, ਜਿਹਦੇ ਅੱਗੇ ਸਾਰੇ ਹੀ ਝੁਕਦੇ ਨੇ, ਸਾਰੇ ਹੀ। ਅੱਗੇ ਹਾੜ ਦਾ ਮਹੀਨਾ ਆਰੰਭ ਹੋਇਆ। ਮਹਾਰਾਜ ਨੇ ਫਿਰ ਉਪਦੇਸ਼ ਦਿੱਤਾ, ਆਸਾੜ ਤਪੰਦਾ ਤਿਸ ਲੱਗੇ ਹਰ ਨਹਾ ਨ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਕਹਿੰਦੇ ਜਿਵੇਂ ਹਾੜ ਦਾ ਮਹੀਨਾ ਬਹੁਤ ਜ਼ਿਆਦਾ ਤਪਸ਼ ਵਾਲਾ, ਗਰਮੀ ਵਾਲਾ ਹੈ, ਕਹਿੰਦੇ ਇਸੇ ਤਰ੍ਹਾਂ ਉਹ ਜੀਵ ਵੀ ਤਪੀ ਹੋਈ ਅਵਸਥਾ ਦੇ ਵਿੱਚ ਤਪੇ ਹੋਏ, ਖਪੇ ਹੋਏ, ਦੁਖੀ ਹੁੰਦੇ ਨੇ, ਜਿਨ੍ਹਾਂ ਦੇ ਕੋਲ ਪ੍ਰਭੂ ਪਤੀ ਨਹੀਂ ਹੈ। ਤੇ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ।
ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਕਹਿੰਦੇ ਜ਼ਿੰਦਗੀ ਦੇ ਵਿੱਚੋਂ ਤਪਸ਼ ਤਾਂ ਦੂਰ ਹੋਏਗੀ ਜੇ ਤੂੰ ਪ੍ਰਭੂ ਪਤੀ ਨੂੰ ਮਿਲ ਪਵੇਂ। ਤੇ ਫਿਰ ਹਾੜ ਦੇ ਮਹੀਨੇ ਦੀ ਤਪਸ਼ ਦਾ ਮਾਰਿਆ ਬੰਦਾ ਫਿਰ ਅਰਦਾਸ ਕਰਦਾ ਹੈ, ਮਹਾਰਾਜ ਕਿਰਪਾ ਕਰੋ। ਤੇ ਸਾਉਣ ਦਾ ਮਹੀਨਾ ਆਇਆ। ਕਹਿੰਦੇ ਜਿਹੜਾ ਹਾੜ ਦੀ ਤਪਸ਼ ਦੇ ਨਾਲ ਤਪਿਆ ਹੋਇਆ ਸੀ, ਜਦੋਂ ਸਾਉਣ ਦੇ ਮਹੀਨੇ ਵਿੱਚ ਕਿਰਪਾ ਹੋਈ, ਮੀਂਹ ਪੈਣੇ ਸ਼ੁਰੂ ਹੋ ਗਏ। ਮਾਲਕ ਦੀ ਮਿਹਰ ਦਾ ਮੀਂਹ ਵਸਿਆ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਕਹਿੰਦੇ ਉਹ ਜੀਵ ਰੂਪ ਇਸਤਰੀ ਰਸ ਨਾਲ ਭਰ ਗਈ, ਜਿਹਦਾ ਪ੍ਰੇਮ ਪ੍ਰਭੂ ਚਰਨਾਂ ਨਾਲ ਬਣ ਗਿਆ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਕਹਿੰਦੇ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਆਸਰਾ ਲਿਆ, ਮਨ ਤੇ ਤਨ ਰੰਗਿਆ ਗਿਆ। ਹੁਣ ਅੱਜ ਸਾਧ ਸੰਗਤ ਭਾਦਰੋਂ ਦਾ ਮਹੀਨਾ ਆਰੰਭ ਹੋਇਆ ਹੈ। ਤੇ ਸਾਹਿਬ ਕਹਿੰਦੇ ਜਿਹੜਾ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਣ ਦੇ ਨਾਲ ਇੱਕ ਹਰ ਪਾਸੇ ਹਰਿਆਵਲ ਹੁੰਦੀ ਹੈ, ਠੰਡੀਆਂ ਹਵਾਵਾਂ ਆਉਂਦੀਆਂ ਨੇ। ਕਹਿੰਦੇ ਭਾਦਰੋਂ ਦੇ ਮਹੀਨੇ ਵਿੱਚ ਮੌਸਮ ਇੱਕਦਮ ਫਿਰ ਚੇਂਜ ਹੋ ਜਾਂਦਾ, ਬਦਲ ਜਾਂਦਾ ਹੈ। ਕਹਿੰਦੇ ਜੀਵ ਰੂਪ ਇਸਤਰੀ ਨੇ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਜਿਹੜਾ ਸੁੱਖ ਹਾਸਲ ਕੀਤਾ ਸੀ ਨਾ, ਕਹਿੰਦੇ ਉਸ ਸੁੱਖ ਦੇ ਵਿੱਚ ਜਦੋਂ ਮਨ ਦੇ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ, ਹਉਮੈ, ਤਾਂ ਉਦੋਂ ਹਾਲਤ ਫਿਰ ਭਾਦਰੋਂ ਦੇ ਮਹੀਨੇ ਵਰਗੀ ਬਣ ਜਾਂਦੀ ਹੈ। ਹਾਲਤ ਭਾਦਰੋਂ ਦੇ ਮਹੀਨੇ ਵਰਗੀ ਬਣ ਗਈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠੀਏ, ਬਾਣੀ ਪੜ੍ਹੀਏ, ਮਨ ਨੂੰ ਟਿਕਾ ਮਿਲਦਾ, ਸੁੱਖ ਮਿਲਦਾ ਹੈ। ਬਾਣੀ ਦੇ ਵਿੱਚ ਵਚਨ ਆਉਂਦੇ ਨੇ, ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਰਸਨਾ ਦੇ ਨਾਲ ਪ੍ਰਭੂ ਜੀ ਦੇ ਗੁਣ ਗਾਇਆ, ਕਹਿੰਦੇ ਸ਼ਾਂਤੀ ਪੈਦਾ ਹੁੰਦੀ ਹੈ, ਟਿਕਾ ਮਿਲਦਾ ਹੈ। ਰਹਸ ਦਾ ਅਰਥ ਹੈ ਬੜੀ ਵਿਸਮਾਦ ਵਾਲੀ, ਖੇੜੇ ਵਾਲੀ ਅਵਸਥਾ ਮਿਲਦੀ ਹੈ। ਪਰ ਸਾਹਿਬ ਜੀ ਕਹਿੰਦੇ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਧਰਮ ਕਰਮ ਕਰਦਿਆਂ ਹੋਇਆਂ ਨਾਲ ਹਉਮੈ ਵੀ ਓਨੀ ਜ਼ਿਆਦਾ ਆ ਜਾਂਦੀ ਹੈ, ਹਉਮੈ ਵੀ। ਤੇ ਜਦੋਂ ਕੋਈ ਵੀ ਨੇਕ ਕਰਮ ਕਰਾਂਗੇ, ਧਰਮ ਦਾ ਕਰਮ ਕਰਾਂਗੇ, ਚੰਗਾ ਕਰਮ ਕਰਾਂਗੇ, ਸਤਿਗੁਰੂ ਕਹਿੰਦੇ ਸਭ ਤੋਂ ਜ਼ਰੂਰੀ ਹੈ ਆਪਣੀ ਹਉਮੈ ਤੋਂ ਬਚਣਾ। ਜੇ ਅੰਦਰ ਹਉਮੈ ਆ ਗਈ, ਹੰਕਾਰ ਆ ਗਿਆ, ਤੇ ਸਾਹਿਬ ਕਹਿੰਦੇ ਫਿਰ ਹਾਲਤ ਭਾਦਰੋਂ ਦੇ ਮਹੀਨੇ ਵਰਗੀ ਬਣ ਜਾਏਗੀ। ਉਹ ਸਾਉਣ ਵਾਲਾ ਆਨੰਦ ਨਹੀਂ ਰਹੇਗਾ। ਹੁਣ ਬੜੇ ਧਿਆਨ ਦੇਣ ਦੀ ਲੋੜ ਹੈ। ਹਉਮੈ ਦਾ ਸਾਡੇ ਨਾਲ ਇੰਨਾ ਗੂੜਾ ਸੰਬੰਧ ਹੈ, ਇਹਨੂੰ ਕਿਤੋਂ ਪਾਸਿਓਂ ਲੈਣ ਨਹੀਂ ਜਾਣਾ ਪੈਂਦਾ, ਆਪੇ ਹੀ ਆ ਜਾਂਦੀ ਹੈ, ਆਪੇ ਹੀ। ਤੁਸੀਂ 2 ਦਿਨ ਬਾਣੀ ਪੜ੍ਹ ਕੇ ਵੇਖੋ, ਪ੍ਰੇਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਵੇਖੋ, ਐਟੋਮੈਟਿਕ ਅੰਦਰ ਹਉਮੈ ਆ ਜਾਏਗੀ ਵੀ ਮੇਰੇ ਵਰਗਾ ਤੇ ਨਿਤਨੇਮੀ ਕੋਈ ਨਹੀਂ, ਮੇਰੇ ਵਰਗਾ ਨਿਤਨੇਮੀ ਕੋਈ ਨਹੀਂ। ਜਿਸ ਨੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ, ਅੰਦਰ ਹਉਮੈ ਆ ਗਈ ਕਿ ਦੁਨੀਆ ਤੇ ਐਵੇਂ ਤੁਰੀ ਫਿਰਦੀ, ਮੈਂ ਆ ਗੁਰੂ ਵਾਲਾ, ਮੈਂ ਛਕਿਆ ਹੋਇਆ ਅੰਮ੍ਰਿਤ। ਅੰਦਰ ਹਉਮੈ ਆ ਗਈ ਸੂਖਮ ਰੂਪ ਦੇ ਅੰਦਰ। ਤੇ ਸਤਿਗੁਰੂ ਕਹਿੰਦੇ ਹਰੇਕ ਨੇਕ ਕਰਮ ਕਰਨ ਲੱਗਿਆਂ, ਚੰਗਾ ਕਰਮ ਕਰਨ ਲੱਗਿਆਂ ਹਉਮੈ ਨੇ ਅੰਦਰ ਆਉਣਾ ਹੀ ਹੈ। ਤੇ ਜੇ ਮਨੁੱਖ ਸੁਚੇਤ ਨਾ ਹੋਇਆ, ਇਹ ਹਉਮੈ ਵੱਧਦੀ ਗਈ, ਵੱਧਦੀ ਗਈ, ਤੇ ਫਿਰ ਅੰਦਰੋਂ ਭਾਂਡਾ ਖਾਲੀ ਹੋ ਜਾਏਗਾ, ਕਿਉਂਕਿ ਨਾਮ ਨੇ ਅੰਦਰ ਨਹੀਂ ਟਿਕਣਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿੰਦੇ ਭਾਂਡਾ ਫਿਰ ਖਾਲੀ ਦਾ ਖਾਲੀ ਰਹਿ ਜਾਏਗਾ। ਜੋ ਬਰਕਤਾਂ, ਜੋ ਰਹਿਮਤਾਂ, ਜੋ ਸੁੱਖ ਅੰਦਰ ਆਏ ਸਨ, ਜੋ ਆਤਮਿਕ ਸੁੱਖ ਪ੍ਰਾਪਤ ਹੋਏ ਸਨ, ਹਉਮੈ ਦੇ ਕਰਕੇ ਉਹ ਸੁੱਖ ਫਿਰ ਖਤਮ ਹੋ ਜਾਣਗੇ। ਇਸ ਕਰਕੇ ਭਾਦਰੋਂ ਦਾ ਮਹੀਨਾ ਜਿਹੜਾ ਏ, ਸਤਿਗੁਰੂ ਕਹਿੰਦੇ ਬੜਾ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਕਿਰਪਾ ਕਰ ਰਹੇ ਨੇ ਭਾਦੋਏ ਭਰਮ ਭੁਲਾਣੀਆਂ। ਆਮ ਤੌਰ ਤੇ
ਅਸੀਂ ਇਹਨੂੰ ਭਾਦਰੋਂ ਦਾ ਮਹੀਨਾ ਕਹਿੰਦੇ, ਭਾਦਰੋਂ ਦਾ। ਪਰ ਸਤਿਗੁਰੂ ਜੀ ਨੇ ਇੱਥੇ ਜਿਹੜੇ ਸ਼ਬਦ ਵਰਤੇ ਨੇ, ਭਾ ਦੋਏ, ਇਹਦਾ ਅਰਥ ਹੈ ਦੂਜਾ ਭਾਓ। ਦੂਜਾ ਭਾਓ, ਇੱਕ ਅਕਾਲ ਪੁਰਖ ਪਤੀ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਦੂਜੇ ਦਾ ਭਾਵ ਪ੍ਰੇਮ ਪ੍ਰਾਪਤ ਕਰਨਾ, ਕਿਸੇ ਹੋਰ ਨਾਲ ਜੁੜ ਜਾਣਾ। ਦੋ ਭਾਵ। ਭਰਮ ਭੁਲਾਣੀਆਂ, ਹੁਣ ਭਰਮ ਬਣਿਆ ਹੋਇਆ ਹੈ, ਭਰਮ ਵਿੱਚ ਪੈ ਕੇ ਜੀਵ ਭੁੱਲ ਜਾਂਦਾ ਹੈ। ਦੂਜਾ ਭਾਵ ਜ਼ਿੰਦਗੀ ਦੇ ਵਿੱਚ ਆ ਗਿਆ ਤੇ ਸਾਧ ਸੰਗਤ ਧਿਆਨ ਦੇਈਏ, ਮਨੁੱਖ ਭਟਕਦਾ ਹੀ ਉੱਥੇ ਹੈ ਜਿੱਥੇ ਦੂਜਾ ਭਾਵ ਆ ਜਾਏ, ਦੋ ਰਸਤੇ ਆ ਜਾਣ। ਤੁਸੀਂ ਕਦੇ ਨੋਟ ਕਰਿਓ, ਇੱਕੋ ਹੀ ਰਸਤਾ ਹੋਵੇ ਤੇ ਬੰਦਾ ਬਿਨਾਂ ਕਿਸੇ ਨੂੰ ਪੁੱਛਿਆ ਆਪਣੀ ਮੰਜ਼ਿਲ ਤੇ ਜਾਣ ਦੇ ਲਈ ਲਗਾਤਾਰ ਤੁਰਿਆ ਜਾਂਦਾ ਹੈ। ਪਰ ਜੇ ਰਸਤੇ ਦੋ ਹੋ ਜਾਣ, ਅੱਗੇ ਜਾ ਕੇ ਤੁਸੀਂ ਭਰਮ ਵਿੱਚ ਪੈ ਜਾਓਗੇ ਕਿ ਸਹੀ ਰਸਤਾ ਕਿਹੜਾ ਹੈ ਜਿਹੜਾ ਮੈਨੂੰ ਮੰਜ਼ਿਲ ਤੀਕ ਲੈ ਕੇ ਜਾਏਗਾ। ਜਿੱਥੇ ਦੋ ਰਸਤੇ ਬਣ ਗਏ ਜਾਂ ਚਰਸਤਾ ਬਣ ਗਿਆ, ਚਾਰ ਰਸਤੇ ਆ ਗਏ, ਭਰਮ ਉੱਥੇ ਜਾ ਕੇ ਖੜਾ ਹੋ ਜਾਂਦਾ ਹੈ। ਉੱਥੇ ਜਾ ਕੇ ਫਿਰ ਬੜੇ ਸੁਚੇਤ ਹੋ ਕੇ ਚੱਲਣ ਦੀ ਲੋੜ ਪੈਂਦੀ ਹੈ। ਇੱਕ ਰਸਤਾ ਸੀ, ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਸੀ, ਦੋ ਰਸਤੇ ਆ ਗਏ, ਹੁਣ ਬੜਾ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਕਿਉਂਕਿ ਥੋੜੀ ਜਿਹੀ ਗਲਤੀ ਜੇ ਕਰ ਦਿੱਤੀ, ਸਹੀ ਰਸਤਾ ਛੱਡ ਕੇ ਗਲਤ ਰਸਤੇ ਤੇ ਪੈ ਗਏ, ਸਮਾਂ ਵੀ ਬਰਬਾਦ ਹੋਏਗਾ, ਧਨ ਵੀ ਬਰਬਾਦ ਹੋਏਗਾ, ਮੰਜ਼ਿਲ ਨਹੀਂ ਮਿਲਣੀ। ਤੇ ਕਈ ਵਾਰ ਜੀਵ ਗਲਤ ਰਸਤੇ ਤੇ ਪੈ ਜਾਂਦਾ, ਭਟਕਦਿਆਂ ਭਟਕਦਿਆਂ ਥੱਕ ਜਾਂਦਾ ਹੈ, ਮੰਜ਼ਿਲ ਤੀਕ ਨਹੀਂ ਪਹੁੰਚ ਸਕਦਾ। ਮੰਜ਼ਿਲ ਤੀਕ ਜਦੋਂ ਦੋ ਰਸਤੇ ਆ ਗਏ ਤੇ ਬੜਾ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਮਹਾਰਾਜ ਕਹਿੰਦੇ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਕਹਿੰਦੇ ਜੀਵ ਰੂਪ ਇਸਤਰੀ ਭਰਮ ਵਿੱਚ ਪੈ ਕੇ ਪਤੀ ਪਰਮੇਸ਼ਰ ਨੂੰ ਛੱਡ ਬੈਠੀ, ਦੁਨੀਆ ਦੇ ਨਾਲ ਨੇ ਬਣਾ ਲਿਆ, ਦੁਨੀਆ ਦੇ ਨਾਲ ਸੰਸਾਰ ਦੇ ਪਦਾਰਥਾਂ ਨਾਲ ਪ੍ਰੀਤ ਬਣ ਗਈ। ਉਹਨੂੰ ਇਉਂ ਜਾਪਿਆ ਕਿ ਜਿਵੇਂ ਸਾਰੇ ਸੁੱਖ ਇੱਥੇ ਹੀ ਹਨ, ਪਦਾਰਥਾਂ ਦੇ ਵਿੱਚ ਹਨ। ਕਹਿੰਦੇ ਫਿਰ ਕੀ ਹੋਇਆ, ਭਰਮ ਵਿੱਚ ਭੁੱਲੀ ਹੋਈ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਛੱਡ ਬੈਠੀ। ਸਹੀ ਰਸਤਾ ਜਿਹੜਾ ਚੁਣਿਆ ਸੀ, ਉਹ ਰਸਤੇ ਨੂੰ ਛੱਡ ਦਿੱਤਾ ਤੇ ਜਿਹੜਾ ਰਸਤਾ ਚੁਣ ਲਿਆ ਉਹ ਮੰਜ਼ਿਲ ਤੇ ਪਹੁੰਚਦਾ ਨਹੀਂ। ਤੇ ਸਾਹਿਬ ਜੀ ਕਿਰਪਾ ਕਰਦੇ ਨੇ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਕਹਿੰਦੇ ਜੇ ਤੁਸੀਂ ਭਰਮ ਵਿੱਚ ਫਸ ਗਏ, ਸਹੀ ਰਸਤੇ ਤੋਂ ਖੁੰਝ ਗਏ, ਜਿੰਨੇ ਮਰਜ਼ੀ ਤੁਸੀਂ ਧਾਰਮਿਕ ਅਡੰਬਰ ਕਰੀ ਜਾਓ, ਕਹਿੰਦੇ ਕੁਝ ਵੀ ਉਹਦਾ ਲਾਭ ਨਹੀਂ ਹੋਏਗਾ, ਕੁਝ ਵੀ ਫਾਇਦਾ ਨਹੀਂ ਹੋਏਗਾ। ਤੇ ਗੱਲ ਹੋਰ ਧਿਆਨ ਦੇਣ ਯੋਗ ਹੈ, ਜਿਹੜਾ ਧਰਮ ਹੈ ਉਹਦੇ ਵਿੱਚ ਭਰਮ ਨੂੰ ਕੋਈ ਥਾਂ ਨਹੀਂ। ਤੇ ਜਿੱਥੇ ਭਰਮ ਆ ਗਿਆ ਉੱਥੇ ਧਰਮ ਕਦੇ ਨਹੀਂ ਆ ਸਕਦਾ। ਬਹੁਤੀ ਵੇਰਾਂ ਅਸੀਂ ਜਿਨ੍ਹਾਂ ਲੋਕਾਂ ਦੇ ਮਗਰ ਲੱਗ ਤੁਰਦੇ ਹਾਂ, ਉਹਨਾਂ ਦੀ ਜ਼ਿੰਦਗੀ ਵਿੱਚ ਧਰਮ ਨਾਂ ਦੀ ਚੀਜ਼ ਨਹੀਂ ਹੁੰਦੀ। ਕੇਵਲ ਭਰਮ ਭੁਲੇਖੇ ਪਾ ਕੇ ਉਹ ਅਡੰਬਰ ਕਰਦੇ ਨੇ, ਸ਼ਿੰਗਾਰ ਬਾਹਰੋਂ ਬਣਾ ਕੇ ਲੋਕਾਂ ਨੂੰ ਮਗਰ ਲਾਉਣ ਵਾਲੇ ਹੁੰਦੇ ਨੇ, ਲੋਕਾਂ ਨੂੰ ਮਗਰ ਲਾਉਣ ਵਾਲੇ। ਲੱਖ ਸ਼ਿੰਗਾਰ ਬਣਾਇਆ। ਹੁਣ ਸ਼ਿੰਗਾਰ ਕੇਵਲ ਆਮ ਬੰਦਾ ਹੀ ਨਹੀਂ ਕਰਦਾ, ਧਰਮੀ ਬੰਦੇ ਵੀ ਬਹੁਤ ਹਾਰ ਸ਼ਿੰਗਾਰ ਕਰਦੇ। ਧਰਮੀ ਬੰਦੇ ਵੀ, ਧਰਮੀ ਦਿਸਣ ਵਾਸਤੇ ਲੋਕਾਂ ਨੇ ਸ਼ਿੰਗਾਰ ਕੀਤਾ ਹੋਇਆ। ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੇ ਬੱਗ। ਇਹ ਸਾਰਾ ਧਰਮ ਦਾ ਸ਼ਿੰਗਾਰ ਹੈ, ਧਰਮ ਦਾ ਸ਼ਿੰਗਾਰ ਹੈ। ਤੇ ਇਹਦੇ ਵਿੱਚ ਭਾਵੇਂ ਵਕਤੀ ਤੌਰ ਤੇ ਪੰਡਤ ਨੂੰ ਸੰਬੋਧਨ ਕੀਤਾ ਗਿਆ ਹੈ, ਪਰ ਜੇ ਸਿੱਖ ਨੇ ਵੀ ਸੱਚਮੁੱਚ ਜ਼ਿੰਦਗੀ ਵਿੱਚ ਧਰਮ ਨੂੰ ਨਹੀਂ ਧਾਰਨ ਕੀਤਾ,
ਕੇਵਲ 5 ਕਕਾਰ ਪਾਲੇ ਬਾਹਰੋਂ ਕੇਵਲ ਵਿਖਾਵਾ ਕੀਤਾ ਤਾਂ ਉਹ ਵੀ ਇਸੇ ਕੈਟਾਗਰੀ ਦੇ ਵਿੱਚ ਹੀ ਆਉਂਦਾ ਹੈ। ਇਸੇ ਕੈਟਾਗਰੀ ਦੇ ਵਿੱਚ ਮੱਥੇ ਤਿਲਕ, ਹੱਥ ਮਾਲਾ ਬੰਨ੍ਹਣਾ, ਇਹ ਧਰਮ ਦਾ ਸ਼ਿੰਗਾਰ ਹੈ, ਧਰਮ ਦਾ ਸ਼ਿੰਗਾਰ ਹੈ। ਤੇ ਮਹਾਰਾਜ ਕਹਿੰਦੇ ਨੇ ਗੱਜ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਬੱਗ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਮੱਥੇ ਤਿਲਕ ਹੱਥ ਮਾਲਾ ਬਾਨਾ ਲੋਗਣ ਰਾਮ ਖਿਲਾਉਣਾ ਜਾਣਾ। ਕਹਿੰਦੇ ਰੱਬ ਨੂੰ ਤੇ ਖੇਡ ਸਮਝਦੇ ਲੋਕ ਧਰਮ ਦਾ ਭੇਖ ਬਣਾ ਲੈਂਦੇ ਨੇ, ਲੋਕਾਂ ਨੂੰ ਮਗਰ ਲਾਉਂਦੇ ਨੇ। ਨਾ ਆਪਣੀ ਜ਼ਿੰਦਗੀ ਵਿੱਚ ਧਰਮ ਹੈ, ਨਾ ਹੀ ਦੂਜਿਆਂ ਦੀ ਜ਼ਿੰਦਗੀ ਵਿੱਚ ਧਰਮ ਰਹਿਣ ਦਿੱਤਾ। ਬੜੇ ਪਖੰਡ ਦੇ ਡੇਰੇ ਜਿੱਥੇ ਲੋਕ ਭਰਮ ਦੇ ਵਸ ਹੋ ਕੇ ਜਾ ਜਾ ਕੇ ਮੱਥੇ ਟੇਕੀ ਜਾਂਦੇ ਨੇ। ਤੇ ਮੈਂ ਸੋਚ ਕੇ ਕਈ ਵਾਰ ਹੈਰਾਨ ਹੋ ਜਾਂਦਾ ਕਿ ਤੁਹਾਡੀ ਧੀ ਦੇ ਪ੍ਰਤੀ, ਤੁਹਾਡੀ ਬੱਚੀ ਦੇ ਪ੍ਰਤੀ ਕੋਈ ਮਾੜਾ ਸ਼ਬਦ ਕਹੇ, ਕੋਈ ਉਹਦੇ ਨਾਲ ਮਾੜਾ ਵਿਹਾਰ ਕਰੇ, ਤੁਸੀਂ ਅਗਲੇ ਦਾ ਗਲਮਾ ਫੜ ਲੋਗੇ ਉਸੇ ਵੇਲੇ ਹੀ। ਆਖੋਗੇ ਤੂੰ ਹੁੰਦਾ ਕੌਣ ਹੈ? ਮੇਰੀ ਧੀ ਦੇ ਖਿਲਾਫ ਕੋਈ ਮਾੜਾ ਸ਼ਬਦ ਵਰਤਣ ਵਾਲਾ ਜਾਂ ਉਹਦੇ ਨਾਲ ਮਾੜਾ ਵਿਹਾਰ ਕਰਨ ਵਾਲਾ। ਪਰ ਭਰਮ ਦੇ ਵਿੱਚ ਵੇਖੋ ਕਿਵੇਂ ਬੰਦਾ ਅੰਨਾ ਹੋ ਜਾਂਦਾ, ਅੱਖਾਂ ਤੇ ਪੱਟੀਆਂ ਬੰਨੀਆਂ ਜਾਂਦੀਆਂ ਨੇ ਭਰਮ ਦੀਆਂ। ਲੋਕ ਹੱਥੀਂ ਆਪਣੀਆਂ ਧੀਆਂ ਨੂੰ ਡੇਰਿਆਂ ਵਿੱਚ ਛੱਡ ਕੇ ਆਉਂਦੇ, ਹੱਥੀਂ ਹੱਥੀਂ। ਤੇ ਉਹ ਫਿਰ ਉੱਥੇ ਜਾ ਕੇ ਹੱਥੀਂ ਛੱਡ ਕੇ ਆਉਂਦੇ ਨੇ, ਧਰਮ ਦਾ ਲੇਬਲ ਲੱਗਾ ਹੁੰਦਾ ਹੈ। ਬਹੁਤ ਸਾਰਿਆਂ ਨੇ ਆਪਣੀਆਂ ਹੱਥੀਆਂ ਧੀਆਂ ਦੇਵਦਾਸੀਆਂ ਬਣਾ ਕੇ ਮੰਦਿਰਾਂ ਵਿੱਚ ਦਾਨ ਕਰ ਦਿੱਤੀਆਂ ਧਰਮ ਦੇ ਨਾਂ ਤੇ। ਤੇ ਉੱਥੇ ਉਹਨਾਂ ਧੀਆਂ ਬੱਚੀਆਂ ਦੀ ਜੋ ਬੇਪਤੀ ਹੋਈ ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਰਹਿੰਦੇ ਹੋ। ਹਜ਼ਾਰਾਂ ਹਜ਼ਾਰਾਂ ਲੜਕੀਆਂ ਡੇਰਿਆਂ ਦੇ ਵਿੱਚੋਂ ਮਿਲਦੀਆਂ ਨੇ। ਤੇ ਜਿਹੜੇ ਬਲਾਤਕਾਰੀ ਸਾਧ ਨੇ, ਵੇਖੋ ਸਰਕਾਰਾਂ ਦੀ ਕਿੱਡੀ ਛਤਰ ਛਾਇਆ, ਜਿਨ੍ਹਾਂ ਨੂੰ ਦੋਹਰੀਆਂ ਉਮਰ ਕੈਦਾਂ ਹੋਈਆਂ ਉਹਨਾਂ ਨੂੰ ਫਿਰ ਪੈਰੋਲ ਤੇ ਛੱਡ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ, ਇਹਦਾ ਵਿਹਾਰ ਬੜਾ ਚੰਗਾ ਸੀ ਇਸ ਕਰਕੇ ਇਹਨੂੰ ਛੱਡ ਦਿਓ, ਥੋੜ੍ਹੇ ਦਿਨ ਘਰ ਰਹੇ ਆਵੇ, ਘੁੰਮ ਫਿਰ ਆਵੇ, ਚੰਗਾ ਖਾ ਪੀ ਲਵੇ। ਤੇ ਜੇਲ੍ਹ ਦੇ ਵਿੱਚ ਵੀ VIP ਸੁਰੱਖਿਆ, VIP ਸਹੂਲਤਾਂ ਮਾਣਦੇ ਹੋ ਲੋਕ, ਕਿੱਡਾ ਭਰਮ ਬਣਿਆ ਹੋਇਆ। ਪਰ ਦੂਜੇ ਪਾਸੇ ਜਿਨ੍ਹਾਂ ਨੇ ਸੱਚਮੁੱਚ ਧਰਮ ਦੇ ਨਾਂ ਤੇ, ਧਰਮ ਦੀ ਖਾਤਰ, ਧਰਮ ਵਾਸਤੇ ਕੋਈ ਕਰਮ ਕੀਤਾ, ਕੋਈ ਕੰਮ ਕੀਤਾ, ਉਹਨਾਂ ਨੂੰ ਲੰਬਾ ਲੰਬਾ ਚਿਰ ਹੋ ਗਿਆ ਜੇਲ੍ਹਾਂ ਵਿੱਚ ਬੈਠਿਆਂ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ, ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ, ਕੈਦੀ ਬਣਾ ਕੇ ਰੱਖਿਆ ਹੋਇਆ ਹੈ। ਤੋ ਕਹਿਣ ਤੋਂ ਭਾਵ ਭਰਮ ਜਿਹੜਾ ਹੈ ਉਹਨੂੰ ਧਰਮ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਧਰਮ ਦੀ ਦੁਨੀਆ ਤੋਂ ਲੋਕ ਕੋਹਾਂ ਦੂਰ ਚਲੇ ਗਏ। ਸਤਿਗੁਰੂ ਕਹਿੰਦੇ ਭਰਮ ਦੇ ਵਿੱਚ, ਭੁਲੇਖੇ ਵਿੱਚ ਪੈ ਕੇ ਸਾਰੀ ਜ਼ਿੰਦਗੀ ਨਾ ਕਿਤੇ ਲੰਘ ਜਾਏ। ਕਹਿੰਦੇ ਜਿੰਨੇ ਮਰਜ਼ੀ ਤੁਸੀਂ ਹਾਰ ਸ਼ਿੰਗਾਰ ਬਣਾਈ ਜਾਇਓ, ਬਾਹਰੋਂ ਧਾਰਮਿਕ ਅਡੰਬਰ ਜਿੰਨੇ ਮਰਜ਼ੀ ਕਰਿਓ, ਕਿਸੇ ਲੇਖੇ ਵਿੱਚ ਨਹੀਂ ਪੈਣਗੇ। ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ। ਕਹਿੰਦੇ ਜਿਨ੍ਹਾਂ ਦੀ ਖਾਤਰ ਤੂੰ ਭੱਜਿਆ ਫਿਰਦਾ ਹੈ, ਕਹਿੰਦੇ ਜਿਸ ਦਿਨ ਸਵਾਸ ਪੂਰੇ ਹੋ ਗਏ ਨਾ, ਇਸ ਦੇਹ ਦੇ ਵਿੱਚੋਂ ਪਰਮੇਸ਼ਰ ਨੇ ਜੀਓ ਨੂੰ ਕੱਢ ਲਿਆ, ਕਹਿੰਦੇ ਸਾਰੇ ਤੇਰਾ ਸਾਥ ਛੱਡ ਕੇ ਦੂਰ ਹੋ ਜਾਣਗੇ, ਪਾਸੇ ਹੋ ਜਾਣਗੇ। ਤਿਤ ਵੇਲੇ ਕਹਿਸਨ ਪ੍ਰੇਤ। ਹੁਣ ਪ੍ਰੇਤ ਦਾ ਇੱਥੇ ਅਰਥ ਹੈ ਭੂਤ, ਤੇ ਭੂਤ ਦਾ ਮਤਲਬ ਹੈ ਬੀਤ ਚੁੱਕਾ ਹੈ। ਕਹਿਣਗੇ ਤੇ ਖਤਮ ਹੋ ਗਿਆ ਹੈ, ਇਹ ਤੇ ਮਰ ਗਿਆ ਹੈ, ਇਹ ਤੇ ਲਾਸ਼ ਬਣ ਗਈ ਹੈ, ਇਹ ਡੈੱਡ ਬਾਡੀ ਹੈ, ਇਹਨੂੰ ਘਰੇ ਨਾ ਰੱਖੋ, ਛੇਤੀ ਛੇਤੀ ਲੈ ਜਾਓ। ਕਹਿੰਦੇ ਕੋਈ ਵੀ ਨੇੜੇ ਨਹੀਂ ਢੁੱਕੇਗਾ। ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਤ। ਕਹਿੰਦੇ ਜਮਾਂ ਨੇ, ਧਰਮਰਾਜ ਦੇ ਦੂਤਾਂ ਨੇ ਫੜ ਕੇ ਲੈ ਜਾਣਾ। ਕਹਿੰਦੇ ਕਿੱਥੇ ਲੈ ਕੇ ਜਾਣਗੇ? ਕਿਸੇ ਨਾ ਦੇਨੀ ਭੇਤ। ਕਹਿੰਦੇ ਕਿਸੇ ਨੂੰ ਭੇਤ ਨਹੀਂ ਆਉਣਾ ਕਿੱਥੇ ਲੈ ਕੇ ਚਲੇ ਗਏ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਡੇ ਸਮਾਜ ਦੇ ਅੰਦਰ
ਧਰਮ ਦੇ ਨਾਂ ਤੇ ਭਰਮ ਫੈਲਾਉਣ ਵਾਲੇ ਐਸੇ ਲੋਕ ਵੀ ਹਨ ਜਿਹੜੇ ਇਹ ਦਾਅਵਾ ਕਰਦੇ ਨੇ ਵੀ ਮੈਂ ਦੱਸ ਸਕਦਾ ਤੁਹਾਡੇ ਬਜ਼ੁਰਗ ਇਸ ਵੇਲੇ ਕਿੱਥੇ ਨੇ। ਕਈ ਤੇ ਕਹਿਣਗੇ ਜੀ ਮੈਂ ਹੱਥੀਂ ਉਹਨਾਂ ਨੂੰ ਆਪਣੇ ਸਵਰਗ ਦੇ ਵਿੱਚ ਭੇਜ ਕੇ ਆਇਆ, ਆਪਣੇ ਹੱਥੀਂ। ਐਸੇ ਦਾਅਵਾ ਕਰਨ ਵਾਲੇ ਲੋਕ ਹਨ। ਕਲਯੁਗੀ ਪਾਂਡੇ ਵਰਗੇ, ਜਿਨ੍ਹਾਂ ਦੇ ਬਾਰੇ ਮਹਾਰਾਜ ਨੇ ਬਾਣੀ ਵਿੱਚ ਆਖਿਆ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਮ ਜਗ। ਕਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਆਂਟ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਛੇ ਕਛ ਨਾ ਸੂਝੈ ਇਹ ਪਦਮ ਅਲੋ। ਜਿਹੜਾ ਕਹਿੰਦਾ ਸੀ ਮੈਨੂੰ ਤਰਲੋਕੀ ਦਾ ਗਿਆਨ ਹੈ, ਸਤਿਗੁਰੂ ਕਹਿੰਦੇ ਇਹਦਾ ਲੋਟਾ ਮਾਇਆ ਵਾਲਾ ਚੁੱਕ ਕੇ ਪਿੱਛੇ ਰੱਖ ਦਿਓ। ਭਾਈ ਮਰਦਾਨਾ ਜੀ ਨੇ ਲੋਟਾ ਚੁੱਕ ਕੇ ਪਿੱਛੇ ਰੱਖ ਦਿੱਤਾ। ਅੱਖਾਂ ਖੁੱਲੀਆਂ, ਸਾਹਮਣੇ ਮਾਇਆ ਵਾਲਾ ਲੋਟਾ ਨਹੀਂ ਦਿਸਿਆ। ਰੌਲਾ ਪਾਉਣ ਲੱਗ ਪਿਆ, ਕਹਿੰਦਾ ਸਾਡੇ ਨਾਲ ਮਸ਼ਕਰੀ ਕਿਹਨੇ ਕੀਤੀ, ਮਾਇਆ ਵਾਲਾ ਲੋਟਾ ਕਿੱਥੇ। ਮਹਾਰਾਜ ਕਹਿੰਦੇ ਤੂੰ ਤਾਂ ਅੱਖਾਂ ਬੰਦ ਕਰਕੇ ਨੱਕ ਫੜ ਕੇ ਕਹਿੰਦਾ ਸੇ ਤਰਲੋਕੀ ਦਾ ਗਿਆਨ ਹੈ। ਲੋਕ ਤੇਰੇ ਕੋਲੋਂ ਪੁੱਛਦੇ ਨੇ ਕਿ ਸਾਡੇ ਮਰ ਚੁੱਕੇ ਬਜ਼ੁਰਗ ਕਿੱਥੇ ਨੇ, ਤੂੰ ਉਹਨਾਂ ਦਾ ਹਾਲ ਚਾਲ ਦੱਸ ਦਿੰਦਾ ਹੈ। ਤੇ ਲੋਟੇ ਬਾਰੇ ਵੀ ਤੈਨੂੰ ਪਤਾ ਹੀ ਹੋਏਗਾ, ਇੱਥੇ ਆਸੇ ਪਾਸੇ ਨਜ਼ਰ ਮਾਰ ਕਿਤੇ, ਧਿਆਨ ਲਾ ਕੇ ਵੇਖ ਤੇਰਾ ਲੋਟਾ ਕਿੱਥੇ ਹੈ। ਜਦੋਂ ਮਹਾਰਾਜ ਨੇ ਇਉਂ ਸਵਾਲ ਕੀਤਾ, ਭਰੀ ਸੰਗਤ ਦੇ ਵਿੱਚ ਕੋਈ ਜਵਾਬ ਨਾ ਔੜਿਆ। ਮੰਨਣਾ ਪਿਆ ਕਿ ਮੈਂ ਤਾਂ ਕੇਵਲ ਭਰਮ ਪੈਦਾ ਕਰ ਰਿਹਾ ਹਾਂ, ਧਰਮ ਨਹੀਂ ਹੈ ਮੇਰੇ ਕੋਲ। ਸਤਿਗੁਰੂ ਕਹਿੰਦੇ ਪਕੜ ਚਲਾਇਣ ਦੂਤ ਜੰਮ, ਕਿਸੇ ਨਾ ਦੇਣੀ ਭੇਤ। ਕਹਿੰਦੇ ਕਿਸੇ ਨੂੰ ਭੇਤ ਨਹੀਂ ਆਉਂਦਾ ਕਿੱਥੇ ਲੈ ਕੇ ਗਏ ਨੇ। ਪਰ ਧਰਮ ਦੇ ਦੁਨੀਆ ਦੇ ਵਿੱਚ ਭਰਮ ਪਾਉਣ ਵਾਲਿਆਂ ਨੇ ਦਾਅਵੇ ਕਰ ਦਿੱਤੇ। ਕੋਈ ਕਹਿੰਦਾ ਤੁਹਾਡਾ ਬਜ਼ੁਰਗ ਅਜੇ ਸਵਰਗ ਨਹੀਂ ਪਹੁੰਚਿਆ, ਰਾਹ ਵਿੱਚ ਹੀ ਫਸਿਆ ਹੋਇਆ, ਵੈਤਰਨੀ ਨਦੀ ਵਿੱਚ ਫਸਿਆ ਹੋਇਆ। ਕਹਿੰਦੇ ਅੱਗੇ ਕਿਵੇਂ ਜਾਏਗਾ। ਕਹਿੰਦੇ ਗਾਂ ਦਾਨ ਕਰੋ, ਉਹਦੀ ਪੂਛ ਫੜ ਕੇ ਤੇ ਫਿਰ ਅੱਗੇ ਲੰਘੇਗਾ। ਕਹਿੰਦੇ ਵੀ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਸਾਡਾ ਬਜ਼ੁਰਗ ਅੱਗੇ ਲੰਘ ਗਿਆ। ਤਾਂ ਪੁਜਾਰੀ ਕਹਿੰਦਾ ਜੀ ਮੈਂ ਦੱਸਾਂਗਾ ਤੁਹਾਨੂੰ, ਮੈਨੂੰ ਉਸੇ ਵੇਲੇ ਮੈਸੇਜ ਆ ਜਾਣਾ, ਉਸੇ ਵੇਲੇ ਪਤਾ ਲੱਗ ਜਾਣਾ ਵੀ ਤੁਹਾਡਾ ਬਜ਼ੁਰਗ ਅੱਗੇ ਲੰਘ ਗਿਆ, ਸਵਰਗਾਂ ਵਿੱਚ ਪਹੁੰਚ ਗਿਆ, ਲਹੂ ਤੇ ਮਿੱਝ ਦੀ ਭਰੀ ਨਦੀ ਨੂੰ ਪਾਰ ਕਰ ਗਿਆ। ਕਹਿੰਦੇ ਘਰ ਦੇ ਵਿੱਚ ਬੜੇ ਚਿਰ ਬਾਅਦ ਗਾਂ ਸੂਈ ਸੀ, ਟੱਬਰ ਦੇ ਕੋਲ ਮਸਾਂ ਦੁੱਧ ਆਇਆ। ਕਹਿੰਦੇ ਘਰ ਵਾਲੀ ਲੜਦੀ ਪਈ ਹੈ ਘਰ ਵਾਲੇ ਨਾਲ ਵੀ ਆਪਾਂ ਨਹੀਂ ਗਾਂ ਦਾਨ ਕਰਨੀ। ਤੇ ਘਰ ਵਾਲਾ ਕਹਿੰਦਾ ਵੀ ਕੋਈ ਗੱਲ ਨਹੀਂ, ਫਿਰ ਹੁਣ ਬਾਪੂ ਨੂੰ ਪਾਰ ਜੋ ਲਾਉਣਾ ਹੈ, ਬਾਪੂ ਤੇ ਫਸਿਆ ਹੋਇਆ ਲਹੂ ਮਿੱਝ ਦੀ ਭਰੀ ਵੈਤਰਨੀ ਨਦੀ ਵਿੱਚ। ਤੇ ਪੰਡਤ ਜੀ ਕਹਿੰਦੇ ਨੇ ਵੀ ਗਾਂ ਦਾਨ ਨਾ ਕੀਤੀ ਬਾਪੂ ਨੇ ਪਾਰ ਨਹੀਂ ਲੰਘਣਾ। ਕਹਿੰਦੇ ਕੋਈ ਗੱਲ ਨਹੀਂ ਗਾਂ ਦੇ ਦਿੰਦੇ ਆ। ਕਹਿੰਦੇ ਦੁਖੀ ਮਨ ਨਾਲ ਸੱਜਰ ਸੂਈ ਗਾਂ ਪੁਜਾਰੀ ਨੂੰ ਦੇ ਦਿੱਤੀ। ਉਹ ਬੜਾ ਖੁਸ਼ ਹੋਇਆ, ਕਹਿੰਦਾ ਵੀ ਜਜਮਾਨ ਚੰਗਾ ਕਾਬੂ ਆਇਆ ਹੈ, ਲੁੱਟ ਲਿਆ ਇਹਨੂੰ ਅੱਜ। ਗਾਂ ਘਰੇ ਲੈ ਗਿਆ। ਅਗਲੇ ਦਿਨ ਹੀ ਉਹ ਬੰਦਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਗਿਆ। ਸਵੇਰੇ ਸਵੇਰੇ ਜਾ ਕੁੰਡਾ ਖੜਕਾਇਆ। ਕਹਿੰਦੇ ਪੰਡਤ ਜੀ ਤੁਹਾਨੂੰ ਕੱਲ ਅਸੀਂ ਗਾਂ ਦਾਨ ਕੀਤੀ ਸੀ, ਤੁਸੀਂ ਆਖਿਆ ਸੀ ਵੀ ਜੇ ਬਾਪੂ ਪਾਰ ਲੰਘ ਗਿਆ ਤੇ ਦੱਸ ਦੇਵਾਂਗਾ, ਵੀ ਕਿਰਪਾ ਕਰੋ ਦੱਸੋ ਬਾਪੂ ਸਾਡਾ ਪਾਰ ਹੋਇਆ ਜਾਂ ਨਹੀਂ। ਕਹਿੰਦੇ ਉਹ ਤਾਂ ਉਸੇ ਵੇਲੇ ਹੋ ਗਿਆ ਸੀ ਜਦੋਂ ਤੁਸੀਂ ਗਾਂ ਦਾਨ ਕੀਤੀ ਸੀ ਨਾ, ਉਦੋਂ ਹੀ ਉਹਨੇ ਗਾਂ ਦੀ ਪੂਛ ਫੜ ਕੇ ਪਾਰ ਲੰਘ ਗਿਆ, ਸਵਰਗਾਂ ਵਿੱਚ ਪਹੁੰਚ ਗਿਆ। ਤੇ ਉਹ ਬੰਦਾ ਕਹਿੰਦਾ ਆਪਣੇ ਪੁੱਤਰ ਭੋਲੇ ਨੂੰ, ਕਹਿੰਦਾ ਆ ਫੜ ਭੋਲਿਆ ਗਾਂ ਖੋਲ, ਘਰੇ ਲੈ ਕੇ ਚੱਲੀਏ। ਹੁਣ ਗਾਂ ਪੁਜਾਰੀ ਨੇ ਕੀ ਕਰਨੀ ਹੈ, ਆਪਾਂ ਤੇ ਬਾਪੂ ਨੂੰ ਪਾਰ ਲੰਘਾਉਣਾ ਸੀ, ਉਹ ਲੰਘ ਗਿਆ ਹੈ, ਆ ਜਾ ਗਾਂ ਘਰੇ ਲੈ ਕੇ ਚੱਲੀਏ। ਸੋ ਭਰਮ ਦੇ ਨਾਂ, ਧਰਮ ਦੇ ਨਾਂ ਤੇ ਇਉਂ ਭਰਮ ਬਣਾ ਕੇ ਦੁਨੀਆ ਨੂੰ ਲੁੱਟਿਆ ਜਾ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਪਰਮੇਸ਼ਰ ਉਹ ਜੇ ਪ੍ਰਾਪਤ ਕਰਨਾ ਹੈ ਤੇ ਫਿਰ ਭਰਮਾਂ ਵਿੱਚ ਨਾ ਪਾਓ, ਪੂਰੇ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜੋ। ਸਾਹਿਬ ਕਹਿੰਦੇ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਦੇ ਨਾਲ ਬਹੁਤਾ ਪ੍ਰੇਮ ਸੀ, ਬਹੁਤਾ ਪਿਆਰ ਸੀ, ਉਹ ਕਹਿੰਦੇ ਪਲਾਂ ਵਿੱਚ ਹੀ ਛੱਡ ਕੇ ਤੇ ਦੂਰ ਹੋ ਜਾਂਦੇ ਨੇ, ਬੰਦੇ ਨੂੰ ਦੂਰ ਹੋ ਜਾਂਦੇ ਨੇ। ਇੰਨਾ ਲੋਕ ਵਹਿਮ ਕਰਦੇ, ਇੰਨਾ ਡਰਦੇ ਨੇ। ਜਿਹੜਾ ਜੀਵ ਚਲਾਣਾ ਕਰ ਜਾਏ, ਚੜ੍ਹਾਈ ਕਰ ਜਾਏ ਨਾ, ਉਹ ਜਿਹੜੇ ਮੰਜੇ ਤੇ ਸੌਂਦਾ ਰਿਹਾ ਹੋਵੇ, ਉਹ ਮੰਜੇ ਤੇ ਡਰਦੇ ਲੋਕ ਬਹਿੰਦੇ ਨਹੀਂ। ਉਹ ਕਹਿਣਗੇ ਮੰਜਾ ਵੀ ਕਿਸੇ ਗਰੀਬ ਨੂੰ ਦੇ ਦਿਓ, ਵੀ ਭਲਾ ਗਰੀਬ ਨੂੰ ਨਹੀਂ ਡਰ ਲੱਗਦਾ, ਤੁਹਾਨੂੰ ਬਹੁਤਾ ਡਰ ਲੱਗਦਾ।
ਉਹ ਬਿਸਤਰਾ ਵੀ ਕਹਿਣਗੇ ਦੇ ਦਿਓ ਕਿਸੇ ਨੂੰ, ਕੱਪੜੇ ਵੀ ਕਹਿਣਗੇ ਉਹਦੇ ਦੇ ਦਿਓ ਕਿਸੇ ਨੂੰ, ਆਪਾਂ ਨੇ ਘਰੇ ਰੱਖਣੇ। ਤੇ ਭਲਿਓ ਬਾਪੂ ਨੇ ਸਾਰੀ ਉਮਰ ਲਾ ਕੇ ਜਾਇਦਾਦ ਬਣਾਈ ਹੈ, ਜ਼ਮੀਨ ਬਣਾਈ, ਐਡੀ ਕੋਠੀ ਬਣਾ ਕੇ ਗਿਆ। ਫਿਰ ਜੇ ਜ਼ਿਆਦਾ ਤੁਹਾਨੂੰ ਖਤਰਾ ਤਾਂ ਵੀ ਦਾਨ ਕਰ ਦਿਓ, ਕਿਸੇ ਨੂੰ ਦੇ ਦਿਓ। ਬਾਪੂ ਦੀ ਕੋਠੀ ਚੰਗੀ ਲੱਗਦੀ ਹੈ, ਪਰ ਜਿਹੜੇ ਮੰਜੇ ਤੇ ਪੈਂਦਾ ਸੀ ਉਹ ਮੰਜਾ ਕਹਿੰਦੇ ਘਰੇ ਨਹੀਂ ਰੱਖਣਾ, ਉਹ ਬਿਸਤਰਾ ਨਹੀਂ ਕਹਿੰਦੇ ਚਾਹੀਦਾ ਸਾਨੂੰ, ਹੋਰ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ। ਇਹ ਅਸਲੀਅਤ ਹੈ ਸਾਡੀ। ਤੇ ਸਾਹਿਬ ਕਹਿੰਦੇ ਜਿਨ੍ਹਾਂ ਦੇ ਨਾਲ ਬਹੁਤਾ ਸਨੇਹ ਸੀ ਉਹ ਛੱਡ ਕੇ ਦੂਰ ਹੋ ਗਏ। ਹੱਥ ਮਰੋੜੇ ਤਨ ਕੱਪੇ ਸਿਆਹੋਂ ਹੋਆ ਸੇਤ। ਕਹਿੰਦੇ ਜਦੋਂ ਮੌਤ ਨਜ਼ਦੀਕ ਆਈ ਵੇਖੀ ਤੇ ਬੰਦੇ ਦਾ ਰੰਗ ਉੱਡ ਗਿਆ। ਹੱਥ ਬੰਦਾ ਮਲਦਾ ਰਹਿੰਦਾ ਹੈ, ਪਛਤਾਵਾ ਕਰਦਾ ਹੈ, ਇੱਕ ਰੰਗ ਆਉਂਦਾ ਇੱਕ ਜਾਂਦਾ। ਸਿਆਹੋਂ ਹੋਆ ਸੇਤ ਦਾ ਭਾਵ ਹੈ ਕਦੇ ਰੰਗ ਕਾਲਾ ਹੋ ਗਿਆ, ਕਦੇ ਚਿੱਟਾ ਹੋ ਗਿਆ। ਕਹਿੰਦੇ ਹੱਥ ਬੰਦਾ ਮਰੋੜਦਾ, ਹੱਥ ਮਲਦਾ ਰਹਿ ਜਾਂਦਾ ਹੈ, ਪਰ ਕੁਝ ਵੀ ਹੱਥ ਨਹੀਂ ਆਉਂਦਾ। ਜੇਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੇਤ। ਕਹਿੰਦੇ ਇਹ ਸਰੀਰ ਇੱਕ ਖੇਤੀ ਦੀ ਨਿਆਈ ਹੈ, ਜੋ ਅਸੀਂ ਕਰਮ ਕਰ ਰਹੇ ਹਾਂ, ਬੀਜ ਬੀਜ ਰਹੇ ਹਾਂ। ਕਹਿੰਦੇ ਜਿਹੋ ਜਿਹੇ ਬੀਜ ਬੀਜਾਂਗੇ ਉਹੋ ਜਿਹਾ ਫਲ ਹੀ ਵੱਢਣਾ ਪਵੇਗਾ। ਪਰ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਦੀ ਹਾਲਤ ਇਹ ਬਣੀ ਹੋਈ ਹੈ, ਬੀਜੈ ਬਿਖ, ਬੀਜ ਦਾ ਤਾਂ ਜ਼ਹਿਰ ਹੈ, ਮੰਗੈ ਅੰਮ੍ਰਿਤ, ਪਰ ਕਹਿੰਦਾ ਮਿਲੇ ਮੈਨੂੰ ਅੰਮ੍ਰਿਤ। ਬੀਜ ਦਾ ਜ਼ਹਿਰ ਹੈ ਪਰ ਆਸ ਲਾਈ ਬੈਠਾ ਅੰਮ੍ਰਿਤ ਦੀ। ਮਹਾਰਾਜ ਕਹਿੰਦੇ ਨਹੀਂ, ਜੇ ਜ਼ਹਿਰ ਬੀਜੀ ਹੈ ਨਾ ਤਾਂ 10-20 ਗੁਣਾ ਵੱਧ ਹੋ ਕੇ ਤੈਨੂੰ ਮਿਲੇਗੀ, ਕਿਉਂਕਿ ਇੱਕ ਨਿਯਮ ਹੈ ਕੁਦਰਤ ਦਾ। ਤੁਸੀਂ ਇੱਕ ਦਾਣਾ ਬੀਜੋ ਕਣਕ ਦਾ ਤੇ ਘੱਟੋ ਘੱਟ ਇੱਕ ਕਣਕ ਦਾ ਦਾਣਾ ਬੀਜਿਆ ਤੁਹਾਨੂੰ ਉਹਦੇ ਵਿੱਚੋਂ 250-300 ਦਾਣੇ ਪ੍ਰਾਪਤ ਹੋਣਗੇ। 250-300 ਦਾਣੇ ਇੱਕ ਦਾਣੇ ਤੋਂ। ਕਹਿੰਦੇ 250-300 ਗੁਣਾ ਵੱਧ ਕੇ ਤੁਹਾਨੂੰ ਚੀਜ਼ ਮਿਲੀ। ਇਸੇ ਤਰ੍ਹਾਂ ਜੇ ਨੇਕੀ ਕਰਾਂਗੇ, ਕੋਈ ਪੁੰਨ ਦਾ ਕਰਮ ਕਰਾਂਗੇ, ਭਲੇ ਦਾ ਕਰਮ ਕਰਾਂਗੇ, ਉਹਦਾ ਫਲ ਵੀ ਮਿਲੇਗਾ। ਤੇ ਜੇ ਜ਼ਹਿਰ ਬੀਜਦੇ ਰਹੇ ਤੇ ਉਹ ਵੀ ਫਿਰ ਕਈ ਗੁਣਾ ਵੱਧ ਕੇ ਮਿਲੇਗੀ, ਕਈ ਗੁਣਾ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ ਪੈਦਾ ਲੋੜੇ ਪੱਟ। ਕਹਿੰਦੇ ਜੋ ਤੂੰ ਬੀਜ ਰਿਹਾ, ਜੋ ਕਰਮ ਕਰ ਰਿਹਾ, ਉਹ ਫਲ ਤੈਨੂੰ ਮਿਲਣਾ ਹੀ ਮਿਲਣਾ ਹੈ। ਤੇ ਸਾਹਿਬ ਅਖੀਰ ਵਿੱਚ ਕਹਿੰਦੇ ਨੇ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਥ ਪ੍ਰਭ ਦੇਤ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਆਇਆ, ਤੂੰ ਕਿਰਪਾ ਕਰ ਆਪਣੇ ਚਰਨਾਂ ਰੂਪੀ ਬੋਹਿਥ ਕਹਿੰਦੇ ਬੇੜੇ ਨੂੰ, ਜਹਾਜ਼ ਨੂੰ, ਉਹਦੇ ਵਿੱਚ ਮੈਨੂੰ ਥਾਂ ਦੇ, ਉਹਦੇ ਵਿੱਚ ਮੈਨੂੰ ਰੱਖ, ਉਹਦੇ ਵਿੱਚ ਮੈਨੂੰ ਬਿਠਾ ਲੈ, ਤਾਂ ਕਿ ਮੈਂ ਸਹਿਜੇ ਹੀ ਭਵਜਲ ਸਾਗਰ ਨੂੰ ਪਾਰ ਕਰ ਲਵਾਂ। ਮੈਂ ਭਰਮਾਂ ਤੋਂ ਬਚ ਜਾਵਾਂ, ਭੁਲੇਖਿਆਂ ਤੋਂ ਬਚ ਜਾਵਾਂ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਮਹਾਰਾਜ ਮੈਂ ਭਰਮ ਵਾਲੇ ਰਸਤੇ ਤੋਂ ਬਚ ਕੇ ਤੁਹਾਡੇ ਦੱਸੇ ਰਸਤੇ ਤੇ ਤੁਰ ਪਵਾਂ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਇਹ ਰਸਤਾ ਮੈਨੂੰ ਮਿਲ ਜਾਏ। ਤੇ ਸਾਹਿਬ ਕਹਿੰਦੇ ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਕਹਿੰਦੇ ਜਦੋਂ ਤੁਸੀਂ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੋਗੇ ਨਾ, ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੋਗੇ, ਤੇ ਫਿਰ ਗੁਰੂ ਬੜਾ ਕਿਰਪਾਲੂ ਹੈ। ਜਿਹੜੇ ਸਤਿਗੁਰੂ ਦੇ ਚਰਨਾਂ ਵਿੱਚ ਆ ਜਾਂਦੇ ਨੇ, ਗੁਰੂ ਫਿਰ ਸ਼ਰਨ ਆਇਆਂ ਦੀ ਲਾਜ ਰੱਖਦਾ ਹੈ। ਉਹਨਾਂ ਨੂੰ ਨਰਕਾਂ ਵਿੱਚ ਨਹੀਂ ਧੱਕੇ ਖਾਣ ਦਿੰਦਾ, ਉਹਨਾਂ ਨੂੰ ਭਰਮਾਂ ਵਿੱਚ ਪੈ ਕੇ ਭਟਕਣਾ ਤੋਂ ਬਚਾ ਲੈਂਦਾ ਹੈ, ਭਰਮਾਂ ਵਿੱਚ ਨਹੀਂ ਪੈਣ ਦਿੰਦਾ। ਤੇ ਸਾਧ ਸੰਗਤ ਜੇ ਭਰਮ ਵਿੱਚ ਪੈ ਗਏ ਤਾਂ ਕੇਵਲ ਭਟਕਣਾ ਹੀ ਮਿਲੇਗੀ। ਭਾਈ ਗੁਰਦਾਸ ਜੀ ਦੇ ਬਚਨ ਨੇ। ਭਾਈ ਸਾਹਿਬ ਕਹਿੰਦੇ ਜਿਵੇਂ ਪਤੰਗ ਓਨੀ ਦੇਰ ਆਕਾਸ਼ ਵਿੱਚ ਉੱਡਦੀ ਜਿੰਨੀ ਦੇਰ ਹਵਾ ਚੱਲਦੀ ਹੋਵੇ, ਹਵਾ ਬੰਦ ਹੋ ਜਾਏ ਪਤੰਗ ਥੱਲੇ ਡਿੱਗ ਪੈਂਦੀ ਹੈ। ਸੋਨੇ ਦੀ ਉਦਾਹਰਨ ਦਿੰਦੇ ਨੇ, ਕਹਿੰਦੇ ਸੋਨਾ ਕੁਠਾਲੀ ਵਿੱਚ ਪਾ ਕੇ ਸੁਨਿਆਰਾ ਗਰਮ ਕਰਦਾ ਤਾਂ ਸੋਨਾ ਤਿੜ ਤਿੜ ਦੀ ਆਵਾਜ਼ ਕਰਦਾ, ਤਿੜਕਦਾ ਹੈ, ਭੱਜਿਆ ਫਿਰਦਾ ਕੁਠਾਲੀ ਦੇ ਵਿੱਚ। ਓਨੀ ਦੇਰ ਤਿੜਕਦਾ ਹੈ, ਭੱਜਦਾ ਹੈ, ਕਹਿੰਦੇ ਜਿੰਨੀ ਦੇਰ ਖੋਟ ਉਹਦੀ ਸੜ ਨਹੀਂ ਜਾਂਦੀ। ਜਦੋਂ ਸ਼ੁੱਧ ਹੋ ਜਾਂਦਾ ਤਾਂ ਟਿਕ ਜਾਂਦਾ ਹੈ।
ਇੱਕ ਲਾਟੂ ਦੀ ਉਦਾਹਰਨ ਦਿੱਤੀ, ਜਿਸ ਦੇ ਉੱਪਰ ਰੱਸੀ ਲਪੇਟ ਕੇ ਉਹਨੂੰ ਜ਼ੋਰ ਦੀ ਖਿੱਚ ਕੇ ਰੱਸੀ ਨੂੰ, ਲਾਟੂ ਨੂੰ ਘੁਮਾਇਆ ਜਾਂਦਾ ਹੈ। ਕਹਿੰਦੇ ਉਨੀ ਦੇਰ ਘੁੰਮੇਗਾ ਜਿੰਨਾ ਬਲ ਉਹਦੇ ਤੇ ਲਾਇਆ ਗਿਆ। ਸਾਡੇ ਵੱਲੋਂ ਲਾਇਆ ਬਲ ਖਤਮ ਹੋ ਗਿਆ ਤਾਂ ਥੱਕ ਕੇ ਡਿੱਗ ਪੈਂਦਾ ਹੈ। ਤੇ ਮਨੁੱਖ ਦੀ ਭਟਕਣਾ ਵੀ ਉਦੋਂ ਮੁੱਕਦੀ ਜਦੋਂ ਭਰਮਾਂ ਵਿੱਚੋਂ ਬਾਹਰ ਆ ਜਾਏ। ਦੁਰਮਤ ਦੁਬਦਾ ਭ੍ਰਮਤ ਚਤੁਰ ਕੁੰਟ, ਗੁਰਮਤ ਏਕ ਟੇਕ ਮੋਣ ਨਾ ਬਖਤ ਹੈ। ਕਹਿੰਦੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਭਰਮਾਂ ਤੋਂ ਬਚ ਜਾਂਦਾ ਹੈ, ਸੱਚਮੁੱਚ ਇਹਦੀ ਜ਼ਿੰਦਗੀ ਵਿੱਚ ਫਿਰ ਟਿਕਾ ਆ ਜਾਂਦਾ ਹੈ, ਆਨੰਦ ਆ ਜਾਂਦਾ ਹੈ, ਖੇੜਾ ਆ ਜਾਂਦਾ ਹੈ। ਕਹਿੰਦੇ ਗੁਰੂ ਫਿਰ ਰੱਖਣ ਵਾਲਾ ਹੇਤ ਦਾ ਅਰਥ ਹੈ ਗੁਰੂ ਬੜਾ ਹਿਤੂ ਬਣ ਜਾਂਦਾ ਉਹਨਾਂ ਦਾ, ਜਿਹੜੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਦੇ ਨੇ। ਤੇ ਸਤਿਗੁਰੂ ਫਿਰ ਉਹਨਾਂ ਨੂੰ ਭਰਮਾਂ ਵਿੱਚ ਨਹੀਂ ਪੈਣ ਦਿੰਦਾ, ਉਹਨਾਂ ਨੂੰ ਨਰਕਾਂ ਵਿੱਚ ਨਹੀਂ ਪੈਣ ਦਿੰਦਾ। ਉਹਨਾਂ ਦੇ ਸਿਰ ਤੇ ਆਪ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਦੇ ਇਹ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਅਵਸਥਾ ਬਣਾਉਂਦਾ ਹੈ। ਸੋ ਸਤਿਗੁਰੂ ਕਿਰਪਾ ਕਰਨ। ਭਾਦਰੋਂ ਦਾ ਮਹੀਨਾ, ਜਿਵੇਂ ਇਸ ਮੌਸਮ ਦੇ ਵਿੱਚ ਆਪਾਂ ਵੇਖਦੇ ਹਾਂ, ਪਲਾਂ ਵਿੱਚ ਹੀ ਬੱਦਲ ਆ ਜਾਂਦੇ ਨੇ, ਮੀਂਹ ਪੈ ਜਾਂਦਾ ਹੈ, ਕੁਝ ਠੰਡ ਜੀ ਮਹਿਸੂਸ ਹੁੰਦੀ ਹੈ, ਫਿਰ ਹੁਮਸ ਆ ਜਾਂਦਾ ਇੱਕਦਮ, ਗਰਮੀ, ਉਹਦੇ ਵਿੱਚ ਮਨੁੱਖ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਭਾਦਰੋਂ ਦੀ ਗਰਮੀ ਜੇਠ ਹਾੜ ਦੀ ਗਰਮੀ ਨਾਲੋਂ ਜ਼ਿਆਦਾ ਖਤਰਨਾਕ ਹੈ। ਭਾਦਰੋਂ ਦੀ ਗਰਮੀ ਜੇਠ ਹਾੜ ਦੀ ਗਰਮੀ ਨਾਲੋਂ ਜ਼ਿਆਦਾ ਖਤਰਨਾਕ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਧਰਮ ਦੇ ਨਾਂ ਤੇ ਜਿਹੜਾ ਭਰਮ ਫੈਲਾਇਆ ਜਾਂਦਾ ਹੈ ਨਾ, ਉਹ ਬਹੁਤਾ ਖਤਰਨਾਕ ਹੁੰਦਾ ਹੈ। ਅਜੇ ਬੰਦਾ ਆਧਰਮੀ ਹੋਵੇ ਤਾਂ ਉਹਦੇ ਕੋਲੋਂ ਤੁਹਾਨੂੰ ਕੋਈ ਖਤਰਾ ਨਹੀਂ, ਪਰ ਜਿਹਨੇ ਧਰਮ ਦੇ ਨਾਂ ਤੇ ਭੇਖ ਬਣਾਇਆ ਉਹਦੇ ਕੋਲੋਂ ਬਹੁਤਾ ਜ਼ਿਆਦਾ ਖਤਰਾ ਹੈ। ਉਹਦੇ ਕੋਲੋਂ ਬਹੁਤਾ ਸੁਚੇਤ ਰਹਿਣ ਦੀ ਲੋੜ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਭਾਦਰੋਂ ਦੇ ਮਹੀਨੇ ਰਾਹੀਂ ਸਤਿਗੁਰੂ ਨੇ ਜੋ ਉਪਦੇਸ਼ ਦਿੱਤੇ ਨੇ, ਇਹ ਸਾਡੇ ਜੀਵਨ ਵਿੱਚ ਵਸ ਜਾਣ। ਮਹਾਰਾਜ ਦੇ ਚਰਨਾਂ ਵਿੱਚ ਇਹੋ ਅਰਦਾਸ ਕਰੀਏ, ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।